हाँ जी, सत श्री अकाल दोस्तों, तुहाडा स्वागत है जी साडे यूट्यूब चैनल हरीका जॉब अलर्ट ते। दोस्तों जेकर तुसी चैनल पहली बार विजिट कर रहे हो, चैनल ਨੂੰ सबसक्राइब कर लो, बैल आइकन दबा लो हर नवीं अपडेट ਦੇ ਲਈ। ਤੇ ਦੋਸਤੋ ਅਸੀਂ ਅੱਜ ਹੀ ਇੱਕ ਪੰਜਾਬ ਪੁਲਿਸ ਦੀ ਭਰਤੀ ਦੇ ਰਿਲੇਟਡ ਵੀਡੀਓ ਅਪਲੋਡ ਕੀਤੀ ਸੀ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਭਰਤੀ ਸੰਬੰਧੀ। ਤੇ ਹੁਣ ਅਫੀਸ਼ੀਅਲ ਜਾਣਕਾਰੀ ਆ ਜਿਹੜੀ ਪੰਜਾਬ ਪੁਲਿਸ ਦੇ ਫੇਸਬੁੱਕ ਪੇਜ ਤੋਂ ਜਾਰੀ ਹੋ ਚੁੱਕੀ ਆ, ਠੀਕ ਆ। ਤੇ ਇਹਨਾਂ ਨੇ ਕੁਛ ਇਮੇजेस ਸ਼ੇਅਰ ਕੀਤੀਆਂ ਨੇ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਤੇ ਇਹਦੇ ਵਿੱਚ ਪੂਰਾ ਡਿਸਕ੍ਰਾਈਬ ਕੀਤਾ ਗਿਆ ਕਿ ਭਰਤੀ ਕਿਸ ਤਰ੍ਹਾਂ ਦੀ ਹੋਵੇਗੀ, ਏਜ ਲਿਮਿਟ ਕੀ ਰਹੇਗੀ, ਕੁਆਲੀਫਿਕੇਸ਼ਨ ਕੀ ਰਹੇਗੀ, ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਤੇ ਇੱਕ ਮੇਨ ਗੱਲ ਕਿ ਇਹਦੇ ਵਿੱਚ ਤੁਹਾਨੂੰ ਡਿਟੇਲਡ ਸਿਲੇਬਸ ਵੀ ਦਿੱਤਾ ਹੋਇਆ, ਟੌਪਿਕ ਵਾਈਜ਼ ਸਿਲੇਬਸ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ, ਜੋ ਕਿ ਅਫੀਸ਼ੀਅਲੀ ਜਾਰੀ ਕੀਤਾ ਗਿਆ ਪੰਜਾਬ ਪੁਲਿਸ ਦੇ ਦੁਆਰਾ। ਤੇ ਜਿਹੜੀ ਇਹਦੀ ਨੋਟੀਫਿਕੇਸ਼ਨ ਆ ਪੰਜਾਬ ਪੁਲਿਸ ਦਾ, ਉਹ ਤੁਹਾਨੂੰ ਜੂਨ ਦੇ ਐਂਡ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ, ਠੀਕ ਆ। ਤੇ ਜੁਲਾਈ ਮਿਡ ਤੋਂ ਜਿਹੜਾ ਤੁਸੀਂ ਅਪਲਾਈ ਹੋਣੇ ਸਟਾਰਟ ਹੋ ਜਾਣਗੇ, ਜੋ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਆ। ਤੇ ਦੋਸਤੋ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਦੱਸ ਦਵਾਂ ਕਿ ਸਾਡੀ ਐਂਡਰੋਇਡ ਐਪ ਆਈ ਹੈ। ਐਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ, ਜਿੱਥੇ ਤੁਹਾਨੂੰ तमाम ਤਰ੍ਹਾਂ ਦੇ ਨੋਟਸ ਅਲੱਗ-ਅਲੱਗ ਕੋਰਸ ਮਿਲ ਰਹੇ ਨੇ ਤੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਤੁਸੀਂ ਪੰਜਾਬ ਪੁਲਿਸ ਦੇ ਉੱਥੇ ਚੈੱਕ ਕਰ ਸਕਦੇ ਹੋ। ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ। ਇਹਦੇ ਵਿੱਚ ਸਭ ਤੋਂ ਪਹਿਲਾਂ ਜਾਣਕਾਰੀ ਹੈ ਜੀ ਰਿਕਰੂਟਮੈਂਟ ਆਫ ਕਾਂਸਟੇਬਲਸ ਇਨ ਦਾ ਪੰਜਾਬ ਪੁਲਿਸ। ਕਾਂਸਟੇਬਲ ਦੀ ਭਰਤੀ ਹੈ, 4362 ਪੋਸਟਾਂ ਨੇ। ਤੇ ਇਹਨਾਂ ਨੇ ਦੱਸਿਆ ਕਿ OMR ਬੇਸਡ ਰਿਟਨ ਟੈਸਟ ਹੋਏਗਾ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ, ਠੀਕ ਹੈ। ਬਟ ਪਹਿਲਾਂ ਜਿਹੜਾ ਰਿਟਨ ਟੈਸਟ ਹੋਏਗਾ, ਰਿਟਨ ਟੈਸਟ ਦੇ ਆਧਾਰ ਤੇ ਜੋ ਮੈਰਿਟ ਬਣੇਗੀ ਉਸ ਦੇ ਹਿਸਾਬ ਨਾਲ ਜਿੰਨੇ ਗੁਣਾ ਵੀ, ਮੰਨ ਲਓ 2 ਗੁਣਾ ਜਾਂ 3 ਗੁਣਾ ਕੈਂਡੀਡੇਟ ਆ ਜਿਹੜੇ ਫਿਜ਼ੀਕਲ ਸਕਰੀਨਿੰਗ ਟੈਸਟ ਵਾਸਤੇ ਸਿਲੈਕਟ ਕੀਤੇ ਜਾਣਗੇ, ਸ਼ਾਰਟਲਿਸਟ ਕੀਤੇ ਜਾਣਗੇ, ਠੀਕ ਹੈ। ਉਹ ਕਿੰਨੇ ਵੀ ਟਾਈਮਸ ਹੋ ਸਕਦੇ ਆ, ਉਹ ਵੈਕੈਂਸੀਜ਼ ਦੇ ਅਕੋਰਡਿੰਗ ਹੋਏਗਾ, ਜੋ ਵੀ ਕੱਟ ਆਫ ਜਾਏਗੀ ਉਹਦੇ ਅਕੋਰਡਿੰਗ ਹੋਏਗਾ। ਹੋ ਸਕਦਾ 5 ਗੁਣਾ ਕੈਂਡੀਡੇਟ ਹੋ ਜਾਣ, ਉਹ ਜਿਹੜਾ ਆਪਾਂ ਨੂੰ ਡਿਟੇਲ ਨੋਟੀਫਿਕੇਸ਼ਨ ਦੇ ਵਿੱਚ ਡਿਸਕ੍ਰਾਈਬਡ ਹੋਏਗਾ। ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਡੇਟ ਆਫ OMR ਬੇਸਡ ਰਿਟਨ ਐਗਜ਼ਾਮੀਨੇਸ਼ਨ 25 ਜਾਂ 26 ਸੈਪਟੈਂਬਰ 2021, ਠੀਕ ਹੈ ਜੀ। ਤੇ ਇਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਹੋਰ ਦੱਸੀ ਹੈ ਕਿ ਡਿਟੇਲਡ ਐਡਵਰਟਾਈਜ਼ਮੈਂਟ ਇਜ਼ ਲਾਈਕਲੀ ਟੂ ਬੀ ਰਿਲੀਜ਼ਡ ਲੇਟਰ ਦਿਸ ਮੰਥ। ਤਾਂ ਇਹਨਾਂ ਨੇ ਦੱਸਿਆ ਕਿ ਇਸ ਮਹੀਨੇ ਦੇ ਐਂਡ ਦੇ ਵਿੱਚ ਜਾਂ ਇਸ ਮਹੀਨੇ ਤੋਂ ਬਾਅਦ ਜਿਹੜਾ ਨੋਟੀਫਿਕੇਸ਼ਨ ਰਿਲੀਜ਼ ਹੋ ਜਾਏਗਾ। ਤੇ ਰਿਟਨ ਟੈਸਟ ਆ ਜਿਹੜਾ ਤੁਹਾਡਾ 100 ਮਲਟੀਪਲ ਚੁਆਇਸ ਕੁਐਸਚਨ ਹੋਣਗੇ ਇਹਦੇ ਵਿੱਚ, ਠੀਕ ਆ। 100 ਕੁਐਸਚਨ ਹੋਣਗੇ, 1 ਨੰਬਰ ਦਾ 1 ਕੁਐਸਚਨ ਹੋਏਗਾ, ਹਰ ਸਹੀ ਆਨਸਰ ਦੇ 1 ਨੰਬਰ ਤੁਹਾਨੂੰ ਮਿਲੇਗਾ। ਤੇ ਇਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ, ਬਿਲਕੁਲ ਦੋਸਤੋ 0.25 ਦੀ ਨੈਗੇਟਿਵ ਮਾਰਕਿੰਗ ਹੋਏਗੀ। ਭਾਵ ਕਿ ਜੇਕਰ ਤੁਹਾਡੇ 4 ਕੁਐਸਚਨ ਗਲਤ ਹੁੰਦੇ ਆ ਤਾਂ ਤੁਹਾਡਾ 1 ਸਹੀ ਨੰਬਰ ਜਿਹੜਾ ਕੱਟਿਆ ਜਾਣਾ। ਤੇ ਇਸ ਤੋਂ ਇਲਾਵਾ ਇੰਪੋਰਟੈਂਟ ਨੋਟ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਰਿਟਨ ਟੈਸਟ ਵਿਲ ਬੀ ਕੰਡਕਟਡ ਬਿਫੋਰ ਫਿਜ਼ੀਕਲ ਸਕਰੀਨਿੰਗ। ਪਹਿਲਾਂ ਰਿਟਨ ਟੈਸਟ ਹੋਏਗਾ, ਫਿਰ ਫਿਜ਼ੀਕਲ ਹੋਏਗਾ। ਓਨਲੀ ਦੋਜ਼ ਕੈਂਡੀਡੇਟਸ ਹੂ ਕਲੀਅਰਡ ਦਾ ਰਿਟਨ ਟੈਸਟ ਔਨ ਦਾ ਬੇਸਿਸ ਆਫ ਕੱਟ ਆਫ ਵਿਲ ਬੀ ਐਲੀਜੀਬਲ ਫॉर ਫਿਜ਼ੀਕਲ ਸਕਰੀਨਿੰਗ ਟੈਸਟ। ਕਹਿੰਦਾ ਵੀ ਜਿਹੜੇ ਕੈਂਡੀਡੇਟ ਰਿਟਨ ਟੈਸਟ ਕਲੀਅਰ ਕਰਨਗੇ, ਉਹਦੇ ਆਧਾਰ ਤੇ ਕੱਟ ਆਫ ਦੇ ਆਧਾਰ ਤੇ ਉਹ ਫਿਜ਼ੀਕਲ ਸਕਰੀਨਿੰਗ ਟੈਸਟ ਵਾਸਤੇ ਐਲੀਜੀਬਲ ਹੋਣਗੇ, ਠੀਕ ਹੈ। ਜੋ ਕਿ ਕੁਆਲੀਫਾਈਂਗ ਨੇਚਰ ਦਾ ਹੋਏਗਾ। ਫਿਜ਼ੀਕਲ ਸਕਰੀਨਿੰਗ ਟੈਸਟ ਦੇ ਕੋਈ ਵੀ ਨੰਬਰ ਨਹੀਂ ਲੱਗਣਗੇ ਤੁਹਾਡੇ, ਜੋ ਵੀ ਮੈਰਿਟ ਹੈ ਤੁਹਾਡੀ ਉਹ ਰਿਟਨ ਟੈਸਟ ਦੇ ਆਧਾਰ ਤੇ ਹੀ ਬਣੇਗੀ, ਠੀਕ ਹੈ ਜੀ। ਇਸ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਨੋ ਮਾਰਕਸ ਵਿਲ ਬੀ ਅਵਾਰਡਡ ਫॉर ਦਾ PST ਬਟ ਆਲ ਕੈਂਡੀਡੇਟ ਮਸਟ ਕਲੀਅਰ ਦਾ ਪ੍ਰੈਸਕ੍ਰਾਈਬਡ ਫਿਟਨੈਸ ਟਰਾਇਲ। ਬਟ ਜਿਹੜੇ ਫਿਟਨੈਸ ਟਰਾਇਲ ਨੇ, ਭਾਵ ਕਿ ਫਿਜ਼ੀਕਲ ਸਕਰੀਨਿੰਗ ਟੈਸਟ ਹੈ, ਹਰ ਕੈਂਡੀਡੇਟ ਨੂੰ ਕਲੀਅਰ ਕਰਨਾ ਜ਼ਰੂਰੀ ਹੋਏਗਾ। ਮੈਰਿਟ ਵਿਲ ਬੀ ਡਰਾਨ ਅਪ ਪਿਓਰਲੀ ਔਨ ਦਾ ਬੇਸਿਸ ਆਫ ਮਾਰਕਸ ਅਬਟੇਨਡ ਬਾਈ ਦਾ ਕੈਂਡੀਡੇਟ ਇਨ ਦਾ ਰਿਟਨ ਟੈਸਟ। ਜਿਹੜੀ ਮੈਰਿਟ ਆ ਉਹ ਤੁਹਾਡੀ ਰਿਟਨ ਟੈਸਟ ਦੇ ਆਧਾਰ ਤੇ ਹੀ ਬਣੇਗੀ। ਤੇ ਡੇਟ ਆ ਜਿਹੜੀ ਐਗਜ਼ਾਮੀਨੇਸ਼ਨ ਦੀ, ਕਹਿੰਦੇ ਐਗਜ਼ਾਮੀਨੇਸ਼ਨ ਸਬਜੈਕਟ ਟੂ ਚੇਂਜ ਇਨ ਕੇਸ ਆਫ ਐਨੀ ਅਨਫੋਰਚੂਨੇਟ ਸਰਕਮਸਟੈਂਸਿਸ। ਜੇ ਕਹਿੰਦੇ ਕੋਈ ਇੱਦਾਂ ਦੇ ਸਰਕਮਸਟਾਂਸਿਸ ਹੋ ਜਾਂਦੇ ਨੇ ਇਨ ਫਿਊਚਰ, ਤਾਂ ਤੁਹਾਡੀ ਜਿਹੜੀ ਡੇਟ ਆ ਐਗਜ਼ਾਮ ਦੀ ਉਹ ਚੇਂਜ ਵੀ ਹੋ ਸਕਦੀ ਹੈ, ਅੱਗੇ ਪਿੱਛੇ ਹੋ ਸਕਦੀ ਹੈ। ਇਹਨਾਂ ਨੇ ਸਪੈਸ਼ਲ ਨੋਟ ਇਸ ਚੀਜ਼ ਦਾ ਵੀ ਲਿਖਿਆ ਹੋਇਆ। ਤੇ ਇਸ ਤੋਂ ਇਲਾਵਾ ਦੋਸਤੋ ਜੋ ਵੀ ਇਹਦਾ ਆਏਗਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਆਏਗਾ, ਠੀਕ ਹੈ। ਉਹ ਵੀ ਤੁਸੀਂ ਦੇਖਦੇ ਰਹਿਣਾ। ਤੇ ਹੁਣ ਆਪਾਂ ਅੱਗੇ ਦੀ ਗੱਲ ਕਰਾਂਗੇ, ਏਜ ਦੀ ਗੱਲ ਕਰਾਂਗੇ। ਐਲੀਜੀਬਿਲਿਟੀ ਕ੍ਰਾਈਟੇਰੀਆ ਇਹ ਵੀ ਇਹਨਾਂ ਨੇ ਸ਼ੇਅਰ ਕੀਤਾ। ਏਜ ਇਹਨਾਂ ਨੇ ਮੰਗੀ ਆ 1 ਜਨਵਰੀ 2021 ਦੇ ਅਨੁਸਾਰ ਤੁਹਾਡੀ ਉਮਰ 18 ਤੋਂ 28 ਸਾਲ ਤੱਕ ਹੋਣੀ ਚਾਹੀਦੀ ਆ, ਠੀਕ ਹੈ। ਭਾਵ ਕਿ ਇਹਦੇ ਵਿੱਚ ਹੋਣੀ ਚਾਹੀਦੀ ਆ 18 ਤੋਂ 28 ਦੇ ਵਿੱਚ। ਤੇ SC ST OBC ਕੈਂਡੀਡੇਟ ਇਹਨਾਂ ਵਾਸਤੇ ਰਿਲੈਕਸੇਸ਼ਨ ਅਪਰ ਏਜ ਲਿਮਿਟ ਦੇ ਵਿੱਚ 5 ਸਾਲ ਦੀ ਰਿਲੈਕਸੇਸ਼ਨ ਆ। ਭਾਵ ਕਿ ਜਨਰਲ ਕੈਟੇਗਰੀ ਦੇ ਕੈਂਡੀਡੇਟ 28 ਸਾਲ ਤੱਕ ਕਾਂਸਟੇਬਲ ਲਈ ਅਪਲਾਈ ਕਰ ਸਕਦੇ ਆ। SC ST BC ਕੈਂਡੀਡੇਟ ਆ ਜਿਹੜੇ OBC ਕੈਂਡੀਡੇਟ ਆ ਉਹ
33 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਆ। ਐਕਸ ਸਰਵਿਸਮੈਨ ਆ ਜਿਹੜੇ, ਇਹਨਾਂ ਨੂੰ ਵੀ ਰਿਲੈਕਸੇਸ਼ਨ ਆ ਅਪਰ ਏਜ ਲਿਮਿਟ ਦੇ ਵਿੱਚ, ਠੀਕ ਹੈ ਜੀ। ਜਿੰਨੇ ਇਹਨਾਂ ਦੀ ਸਰਵਿਸ ਹੋਏਗੀ ਪਲੱਸ 3 ਇਅਰਸ ਉਹ ਵੀ ਰਿਲੈਕਸੇਸ਼ਨ ਹੋਏਗੀ। ਅਤੇ ਜਿਹੜੇ ਵੀ ਗੌਰਮੈਂਟ ਇੰਪਲੋਈਜ਼ ਨੇ ਉਹਨਾਂ ਵਾਸਤੇ ਵੀ ਅਪਰ ਏਜ ਲਿਮਿਟ ਦੇ ਵਿੱਚ 5 ਸਾਲ ਦੀ ਰਿਲੈਕਸੇਸ਼ਨ ਹੈ, ਠੀਕ ਹੈ। ਇਹ ਵੀ ਤੁਸੀਂ ਚੈੱਕ ਕਰ ਲੈਣਾ। ਅੱਗੇ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਜਿਹੜੀ +2 ਪਾਸ ਤੁਸੀਂ ਹੋਣੇ ਚਾਹੀਦੇ ਹੋ। ਕਿਸੇ ਵੀ ਰੈਕਗਨਾਈਜ਼ਡ ਬੋਰਡ ਤੋਂ ਤੁਸੀਂ ਪਾਸ ਹੋਣੇ ਚਾਹੀਦੇ ਹੋ +2। ਕੋਈ ਵੀ ਪਰਸੈਂਟੇਜ ਰਿਕੁਆਇਰਡ ਨਹੀਂ ਹੈਗੀ। ਜੇਕਰ ਤੁਹਾਡੇ 33% ਨੰਬਰ ਹੈਗੇ ਆ, ਠੀਕ ਹੈ, ਤੁਹਾਡੀ ਜਿੰਨੀ ਵੀ ਪਰਸੈਂਟੇਜ ਆ +2 ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਐਲੀਜੀਬਲ ਹੋ। ਜੇਕਰ ਕੋਈ ਐਕਸ ਸਰਵਿਸਮੈਨ ਅਪਲਾਈ ਕਰਨਾ ਚਾਹੁੰਦਾ ਤਾਂ ਐਕਸ ਸਰਵਿਸਮੈਨ ਲਈ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ 10ਵੀਂ ਆ, ਠੀਕ ਹੈ। ਬਾਕੀ ਜਿਹੜੇ ਆਮ ਕੈਂਡੀਡੇਟ ਨੇ, ਸਿਵੀਲੀਅਨ ਕੈਂਡੀਡੇਟ ਨੇ, ਉਹਨਾਂ ਦੇ ਲਈ +2 ਆ, ਠੀਕ ਹੈ। ਉਸ ਤੋਂ ਬਾਅਦ ਉਸ ਤੋਂ 10ਵੀਂ ਦੇ ਵਿੱਚ ਪੰਜਾਬੀ ਅਤਿ ਜ਼ਰੂਰੀ ਹੈ। ਇਹਨਾਂ ਨੇ ਸਪੈਸ਼ਲ ਨੋਟ ਇਸ ਚੀਜ਼ ਦਾ ਲਿਖਿਆ ਕਿ ਹੀ ਹੈਜ਼ ਪਾਸ ਦਾ ਮੈਟਰੀਕੂਲੇਸ਼ਨ ਐਗਜ਼ਾਮੀਨੇਸ਼ਨ ਵਿਦ ਪੰਜਾਬੀ, ਠੀਕ ਹੈ, ਔਰ ਐਨੀ ਅਦਰ ਇਕੁਅਲੈਂਟ ਐਗਜ਼ਾਮੀਨੇਸ਼ਨ ਪੰਜਾਬੀ ਲੈਂਗੁਏਜ ਵਿਚ ਮੇ ਬੀ ਸਪੈਸੀਫਾਈਡ ਬਾਏ ਦਾ ਪੰਜਾਬ ਗੌਰਮੈਂਟ ਫਰੋਮ ਟਾਈਮ ਟੂ ਟਾਈਮ। ਭਾਵ ਕਿ ਜੇਕਰ ਤੁਸੀਂ 10ਵੀਂ ਵਿੱਚ ਪੰਜਾਬੀ ਪਾਸ ਹੋ ਜਾਂ ਫਿਰ ਇਹਦੇ ਬਰਾਬਰ ਦਾ ਕੁਛ ਹੋਰ ਪਾਸ ਹੋ, ਭਾਵ ਕਿ ਜਿਵੇਂ ਭਾਸ਼ਾ ਵਿਭਾਗ ਪੰਜਾਬ ਤੋਂ ਜਿਹੜਾ ਪੇਪਰ ਵਗੈਰਾ ਹੁੰਦਾ ਉਹ ਪਾਸ ਹੋ, ਤਾਂ ਤੁਸੀਂ ਐਲੀਜੀਬਲ ਹੋ ਜਾਓਗੇ। ਅਤੇ ਹੁਣ ਅੱਗੇ ਗੱਲ ਕਰਾਂਗੇ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਡਿਟੇਲ ਟੌਪਿਕ ਵਾਈਜ਼ ਤੁਹਾਨੂੰ ਜਿਹੜਾ ਸਿਲੇਬਸ ਆ ਉਹ ਮੈਂ ਤੁਹਾਨੂੰ ਡਿਸਕਰਾਈਬ ਕਰਾਂਗਾ। ਇਹ ਵੀ ਅਫੀਸ਼ੀਅਲੀ ਸ਼ੇਅਰ ਕੀਤਾ, ਇਹਦੇ ਸਾਡੇ ਵੱਲੋਂ ਕੁਛ ਨਹੀਂ ਹੈ, ਪੰਜਾਬ ਪੁਲਿਸ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਜਾਰੀ ਕੀਤਾ ਗਿਆ। ਅਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਟੋਟਲ ਮਾਰਕਸ 100 ਨੇ, 100 ਕੁਐਸਚਨ ਹੋਏਗਾ, ਟਾਈਮਿੰਗ 120 ਮਿੰਟ ਦੀ ਹੋਏਗੀ, ਠੀਕ ਹੈ। ਤਾਂ ਇਹ ਕਾਫੀ ਅੱਛੀ ਗੱਲ ਹੈ ਕਿ ਟਾਈਮਿੰਗ ਇਹਦੇ ਵਿੱਚ 120 ਮਿੰਟ ਦੀ ਦਿੱਤੀ ਗਈ ਹੈ। ਨੈਗੇਟਿਵ ਮਾਰਕਿੰਗ ਇਹਦੇ 'ਚ ਹੈਗੀ ਆ। ਸਭ ਤੋਂ ਪਹਿਲਾ ਸੈਕਸ਼ਨ ਹੈ ਜੀ ਜਨਰਲ ਅਵੇਅਰਨੈਸ ਦਾ। ਇਹਦੇ ਵਿੱਚ ਕੰਸਟੀਟਿਊਸ਼ਨ ਐਂਡ ਇਟਸ ਫੀਚਰਸ ਆ ਗਏ ਸਭ ਤੋਂ ਪਹਿਲਾਂ, ਸੈਂਟਰਲ ਐਂਡ ਸਟੇਟ ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ੀਅਲ ਇੰਸਟੀਟਿਊਸ਼ਨਸ ਐਂਡ ਲੋਕਲ ਗਵਰਨਮੈਂਟ ਇੰਸਟੀਟਿਊਸ਼ਨਸ। ਸੈਕਿੰਡ 'ਤੇ ਆ ਗਿਆ ਦੋਸਤੋ ਹਿਸਟਰੀ, ਜੋਗਰਾਫੀ, ਕਲਚਰ ਐਂਡ ਇਕੋਨਮੀ ਆਫ ਪੰਜਾਬ। ਥਰਡ 'ਤੇ ਆ ਗਿਆ ਬੇਸਿਕਸ ਆਫ ਸਾਇੰਸ ਐਂਡ ਟੈਕਨੋਲੋਜੀ। ਫੋਰਥ 'ਤੇ ਆ ਗਿਆ ਕਰੰਟ ਅਫੇਅਰ। ਤਾਂ ਇਹ ਜਿਹੜੀ ਤੁਹਾਡੀ ਜਨਰਲ ਅਵੇਅਰਨੈਸ ਦਾ ਸੈਕਸ਼ਨ ਰਹੇਗਾ। ਨੈਕਸਟ ਦੋਸਤੋ ਕੁਆਂਟੀਟੇਟਿਵ ਐਪਟੀਟਿਊਡ ਐਂਡ ਨੂਮੈਰੀਕਲ ਸਕਿੱਲਸ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਸਿੰਪਲੀਫਿਕੇਸ਼ਨ, ਐਵਰੇਜ, ਡੈਸੀਮਲ ਐਂਡ ਫਰੈਕਸ਼ਨ, ਰੇਸ਼ੋ ਐਂਡ ਪ੍ਰਪੋਰਸ਼ਨ, ਪਰਸੈਂਟੇਜ, ਪ੍ਰੋਫਿਟ ਐਂਡ ਲੋਸ, ਸਿੰਪਲ ਇੰਟਰਸਟ, ਟਾਈਮ ਐਂਡ ਵਰਕ, ਬਾਰ ਗ੍ਰਾਫ ਐਂਡ ਲਾਈਨ ਗ੍ਰਾਫਸ। ਤਾਂ ਕੁਆਂਟ ਦਾ ਦੇਖੀਏ ਤਾਂ ਕਾਫੀ ਮਤਲਬ ਆਸਾਨ ਟੌਪਿਕ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ, ਠੀਕ ਹੈ। ਕੋਈ ਜ਼ਿਆਦਾ ਟਫ ਨਹੀਂ ਹੈਗੇ, ਬੜੇ ਵਧੀਆ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ ਇਕੱਲਾ ਇਕੱਲਾ ਟੌਪਿਕ, ਜੇ ਤੁਸੀਂ ਬੜੀ ਅੱਛੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ, ਠੀਕ ਹੈ। ਨੈਕਸਟ ਦੋਸਤੋ ਮੈਂਟਲ ਐਬਿਲਿਟੀ ਐਂਡ ਲੌਜੀਕਲ ਰੀਜ਼ਨਿੰਗ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਨੰਬਰ ਐਂਡ ਲੈਟਰ ਸੀਰੀਜ਼, ਸੀਕੁਐਂਸਿੰਗ, ਸਟੇਟਮੈਂਟਸ ਐਂਡ ਕਨਕਲੂਜਨਸ, ਪੈਟਰਨ ਕੰਪਲੀਸ਼ਨ, ਆਰਡਰ ਐਂਡ ਰੈਂਕਿੰਗ, ਡਾਇਰੈਕਸ਼ਨ ਐਂਡ ਡਿਸਟੈਂਸਿਸ, ਰਿਲੇਸ਼ਨਸ਼ਿਪ ਪ੍ਰੋਬਲਮਸ। ਤਾਂ ਇਹ ਵੀ ਜਿਹੜੇ ਵਧੀਆ ਜਿਹੜੇ ਟੌਪਿਕ ਹੈ, ਠੀਕ ਹੈ, ਕਾਫੀ ਅੱਛੇ ਟੌਪਿਕ ਹੈ। ਅੱਗੇ ਨੈਕਸਟ ਦੋਸਤੋ ਲੈਂਗੁਏਜ ਸਕਿੱਲ, ਜਿਹਦੇ ਵਿੱਚ 2 ਤਰ੍ਹਾਂ ਦੀਆਂ ਲੈਂਗੁਏਜਸ, ਇੰਗਲਿਸ਼ ਅਤੇ ਪੰਜਾਬੀ। ਜਿਹਦੇ ਵਿੱਚ ਇਹਨਾਂ ਨੇ ਇੰਗਲਿਸ਼ ਦੇ ਵਿੱਚ ਦੱਸਿਆ ਕਿ ਰੀਡਿੰਗ ਕੰਪਰੀਹੈਂਸ਼ਨ ਆਏਗਾ, ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਆਏਗੀ, ਸੈਂਟੈਂਸ ਰੀਅਰੇਂਜਮੈਂਟ ਐਂਡ ਕਰੈਕਸ਼ਨ ਆਏਗੀ, ਐਰਰ ਸਪੋਟਿੰਗ, ਫਿਲ ਇਨ ਦੀ ਬਲੈਂਕਸ, ਸਪੈਲਿੰਗ ਕਰੈਕਸ਼ਨ, ਵੋਕੈਬਲਰੀ ਆਏਗੀ, ਸਿਨੋਨੀਅਮ, ਐਂਟੋਨੀਅਮ, ਵਨ ਵਰਡ ਸਬਸਟੀਟਿਊਸ਼ਨ। ਅਤੇ ਪੰਜਾਬੀ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਸ਼ੁੱਧ ਅਸ਼ੁੱਧ, ਸਮਾਨਾਰਥਕ, ਵਿਰੋਧੀ ਸ਼ਬਦ, ਪੰਜਾਬੀ ਅਖਾਣ ਅਤੇ ਮੁਹਾਵਰੇ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਅਣਡਿੱਠਾ ਪੈਰਾ। ਤਾਂ ਇਹ ਜਿਹੜੇ ਪੰਜਾਬੀ ਦੇ ਸੈਕਸ਼ਨ ਰਹਿਣਗੇ। ਅਤੇ ਪੰਜਾਬੀ ਦਾ ਜਿਹੜੇ ਤੁਹਾਨੂੰ ਟੌਪਿਕ ਸਾਰੇ ਦਿੱਤੇ ਹੋਏ ਆ, ਸਾਡੀ ਇੱਕ ਪਲੇਲਿਸਟ ਬਣੀ ਹੋਈ ਆ ਜਿਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗਾ ਪੰਜਾਬੀ ਦੀ, ਜਿਹਦੇ ਵਿੱਚ ਪੰਜਾਬੀ ਦੇ ਤੁਹਾਨੂੰ ਸਾਰੇ ਟੌਪਿਕ ਉਹਦੇ ਵਿੱਚ ਮਿਲ ਜਾਣਗੇ। ਉਹ ਕੋਆਪਰੇਟਿਵ ਬੈਂਕ ਦੇ ਰਿਲੇਟਡ ਜਿਹੜੀ ਪਲੇਲਿਸਟ ਹੈ, ਠੀਕ ਹੈ, ਇਹ ਸਾਰੇ ਟੌਪਿਕ ਉਹਦੇ ਵਿੱਚ ਤੁਹਾਡੇ ਕਵਰ ਹੋ ਜਾਣਗੇ। ਅਤੇ ਨੈਕਸਟ ਦੋਸਤੋ ਲਾਸਟ ਸੈਕਸ਼ਨ ਇਹਦੇ ਵਿੱਚ ਦੱਸਿਆ ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ, ਜਿਹਦੇ ਵਿੱਚ ਫੰਡਾਮੈਂਟਲ ਆਫ ਕੰਪਿਊਟਰ, MS ਆਫਿਸ, ਵਰਡ, ਪਾਵਰ ਪੁਆਇੰਟ, ਇੰਟਰਨੈਟ, ਵਰਲਡ ਵਾਈਡ ਵੈਬ ਐਂਡ ਵੈਬ ਸਰਚ ਇੰਜਨ, ਈਮੇਲ ਕਮਿਊਨੀਕੇਸ਼ਨ, ਮੋਬਾਈਲ ਫੋਨ, ਬੇਸਿਕ ਕਨਸੈਪਚੁਅਲ ਨੌਲੇਜ। ਤਾਂ ਅੱਗੇ ਕੰਪਿਊਟਰ ਵਗੈਰਾ ਦਾ ਆ ਗਿਆ ਦੋਸਤੋ। ਤਾਂ ਇਹਦੇ ਵਿੱਚ ਬੇਸਿਕਲੀ 5 ਸੈਕਸ਼ਨ ਆ, 100 ਨੰਬਰ ਦਾ ਤੁਹਾਡਾ ਹੋਏਗਾ, ਭਾਵ ਕਿ 100 ਕੁਐਸਚਨ ਆਉਣੇ ਆ, ਠੀਕ ਹੈ। 5 ਸੈਕਸ਼ਨ ਆ ਤਾਂ ਤੁਸੀਂ 20 ਕੁਐਸਚਨ ਮੰਨ ਕੇ ਚੱਲੋ, ਇੱਕ ਰਫ ਆਈਡੀਆ ਲੈ ਕੇ ਚੱਲੋ ਕਿ ਜਿਹੜੇ 20 ਕੁਐਸਚਨ ਹਰ ਸੈਕਸ਼ਨ ਦੇ ਵਿੱਚੋਂ ਬਣਨਗੇ। ਜਿਵੇਂ ਲੈਂਗੁਏਜ ਦਾ ਤਾਂ 10-10 ਕੁਐਸਚਨ ਤੁਹਾਡੇ ਇਹਦੇ ਵਿੱਚੋਂ ਬਣ ਸਕਦੇ ਇੰਗਲਿਸ਼ ਪੰਜਾਬੀ ਦੇ ਵਿੱਚੋਂ, ਠੀਕ ਹੈ। ਅਤੇ ਬਾਕੀ ਕੋਈ ਵੱਧ ਘੱਟ ਵੀ ਹੋ ਸਕਦਾ, ਇਹ ਆਪਾਂ ਸਿਰਫ ਇੱਕ ਅੰਦਾਜ਼ਾ ਲਗਾ ਰਹੇ ਹਾਂ ਕਿ 20 ਕੁਐਸਚਨ ਜਿਹੜੇ ਇਹਦੇ 'ਚੋਂ ਬਣ ਸਕਦੇ ਆ। ਅਤੇ ਨੈਕਸਟ ਦੋਸਤੋ ਇਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ ਤੁਹਾਡਾ ਕੀ ਹੋਣਾ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ
ਜਿਹੜੇ ਮੇਲ ਕੈਂਡੀਡੇਟ ਉਹਨਾਂ ਦੀ ਰਨਿੰਗ ਹੋਣੀ ਆ 1600 ਮੀਟਰ ਦੀ ਕੰਪਲੀਟ ਕਰਨੀ ਤੁਸੀਂ 6 ਮਿੰਟ 30 ਸੈਕਿੰਡ ਦੇ ਵਿੱਚ, ਇੱਕ ਚਾਂਸ ਮਿਲੇਗਾ। ਲੌਂਗ ਜੰਪ ਹੋਣਾ ਤੁਹਾਡਾ 3.80 ਮੀਟਰ ਦਾ, 3 ਚਾਂਸ ਮਿਲਣਗੇ, ਭਾਵ ਕਿ ਕਿਸੇ ਵੀ ਇੱਕ ਚਾਂਸ ਦੇ ਵਿੱਚ ਤੁਸੀਂ ਕਲੀਅਰ ਕਰਨਾ ਹੋਗਾ 3.80 ਮੀਟਰ ਦਾ ਲੌਂਗ ਜੰਪ ਲਗਾਉਣਾ। ਹਾਈ ਜੰਪ ਆ ਜਿਹੜਾ 1.10 ਮੀਟਰ ਦਾ, ਤੇ ਮਿਨੀਮਮ ਹਾਈਟ ਆ ਜਿਹੜੀ ਮੇਲ ਕੈਂਡੀਡੇਟਸ ਲਈ 5 ਫੁੱਟ 7 ਇੰਚ ਰੱਖੀ ਗਈ ਆ। ਫੀਮੇਲ ਕੈਂਡੀਡੇਟਸ ਲਈ ਮਿਨੀਮਮ ਹਾਈਟ 5 ਫੁੱਟ 2 ਇੰਚ ਰੱਖੀ ਗਈ ਆ। ਰਨਿੰਗ ਆ ਜਿਹੜੀ ਫੀਮੇਲ ਲਈ 800 ਮੀਟਰ ਰੱਖੀ ਗਈ ਆ 4 ਮਿੰਟ 30 ਸੈਕਿੰਡ ਦੇ ਵਿੱਚ, ਇੱਕ ਚਾਂਸ ਮਿਲੇਗਾ। ਲੌਂਗ ਜੰਪ ਆ ਜਿਹੜਾ 3 ਮੀਟਰ ਦਾ ਰੱਖਿਆ ਗਿਆ ਫੀਮੇਲ ਕੈਂਡੀਡੇਟਸ ਦੇ ਲਈ, 3 ਚਾਂਸ ਮਿਲਣਗੇ। ਹਾਈ ਜੰਪ ਆ ਜਿਹੜਾ 0.95 ਮੀਟਰ ਦਾ ਰੱਖਿਆ ਗਿਆ, 3 ਚਾਂਸ ਮਿਲਣਗੇ। ਤਾਂ ਆਪਣੇ ਜੰਪ ਵਗੈਰਾ ਹੁਣ ਤੋਂ ਹੀ ਲਗਾਉਣੇ ਸਟਾਰਟ ਕਰ ਦਿਓ, ਠੀਕ ਹੈ। ਜੇਕਰ ਤੁਸੀਂ ਪੰਜਾਬ ਪੁਲਿਸ ਤੇ ਫਿਜ਼ੀਕਲ ਸਕਰੀਨਿੰਗ ਟੈਸਟ ਐਕਸ ਸਰਵਿਸਮੈਨ ਲਈ ਆ, ਜਿੱਦਾਂ ਕਿ ਉਹਨਾਂ ਲਈ 5 ਫੁੱਟ 7 ਇੰਚ ਹਾਈਟ ਹੈ, ਜਿਨ੍ਹਾਂ ਦੀ ਏਜ 35 ਸਾਲ ਤੋਂ ਘੱਟ ਹੈ, ਐਕਸ ਸਰਵਿਸਮੈਨ। ਤੇ ਰਨਿੰਗ ਉਹਨਾਂ ਦੀ 1400 ਮੀਟਰ ਹੈ। ਸਕੁਐਟਸ ਲਗਾਉਣੇ ਨੇ 10 ਫੁੱਲ ਸਕੁਐਟ, ਤੇ ਜਿਨ੍ਹਾਂ ਦੀ ਏਜ 35 ਸਾਲ ਤੋਂ ਅਬਵ ਹੈ, ਐਕਸ ਸਰਵਿਸਮੈਨ ਕੈਂਡੀਡੇਟ, ਉਹਨਾਂ ਦੇ ਲਈ 5 ਫੁੱਟ 7 ਇੰਚ ਹਾਈਟ ਹੈ ਜੀ। ਰਨਿੰਗ ਹੈ 1400 ਮੀਟਰ, ਤੇ ਫੁੱਲ ਸਕੁਐਟ 10 ਫੁੱਲ ਸਕੁਐਟ ਜਿਹੜੇ ਉਹ ਲਗਾਉਣੇ ਆ। ਤਾਂ ਇਹ ਜਿਹੜੀ ਪੰਜਾਬ ਪੁਲਿਸ ਭਰਤੀ ਸੰਬੰਧੀ ਪੂਰਾ ਡਿਟੇਲ ਮੈਂ ਤੁਹਾਨੂੰ ਦੱਸਿਆ, ਜੋ ਵੀ ਪੰਜਾਬ ਪੁਲਿਸ ਦੇ ਅਫੀਸ਼ੀਅਲ ਫੇਸਬੁੱਕ ਪੇਜ ਤੋਂ ਜਾਰੀ ਕੀਤੀ ਗਈ ਇਨਫੋਰਮੇਸ਼ਨ ਆ। ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਤੱਕ। ਤੇ ਆਲ ਦੀ ਬੈਸਟ ਸਾਡੇ ਵੱਲੋਂ ਸਾਰੀ ਕੈਂਡੀਡੇਟਸ ਨੂੰ। ਐਪ ਇੰਸਟਾਲ ਕਰ ਲਓ, ਐਪ ਦੇ ਉੱਤੇ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਕਾਫੀ ਅੱਛਾ ਮਟੀਰੀਅਲ ਪੰਜਾਬ ਪੁਲਿਸ ਭਰਤੀ ਦੇ ਸੰਬੰਧੀ ਦੇਖਣ ਨੂੰ ਮਿਲੇਗਾ। ਤੇ ਬਾਕੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।